ਅਸੀਂ ਤਕਰੀਬਨ 6 ਮਹੀਨੇ ਜਿਹੜੇ ਨੇ ਕੁਰਬਾਨੀ ਵਾਸਤੇ ਬੱਚੇ ਤਿਆਰ ਕਰਨੇ ਆ ਤੇ ਫੀ ਬੱਚੇ ਤੋਂ ਜਿਹੜਾ 40-50 ਹਜ਼ਾਰ ਰੁਪਇਆ ਜਿਹੜਾ ਅਸੀਂ ਇਹਦੀ ਪ੍ਰੋਫਿਟ ਲੈਂਦੇ ਆ। ਉਹਦੇ ਵਾਸਤੇ ਵੇਖਣਾ ਪੈਂਦਾ ਇਹਦੀ ਬੰਨ ਉੱਚੀ ਹੋਵੇ, ਝਾਲਾ ਠੀਕ ਹੋਵੇ, ਨਾਪ ਲੰਮੀ ਹੋਣੀ ਚਾਹੀਦੀ ਹੈ ਤੇ ਉਹਦਾ ਕੱਦ ਜਿਹੜਾ ਤਿਆਰ ਹੋਣਾ ਚਾਹੀਦਾ ਬੱਚਾ। ਉਹ ਛੋਟਾ ਬੱਚਾ ਨਹੀਂ ਖਰੀਦਣਾ ਚਾਹੀਦਾ। ਇਹ ਅਸਾਂ YouTube ਤੋਂ ਵੇਖ ਕੇ ਸਾਰਾ ਜਿਹੜਾ ਸਿਸਟਮ ਉਹ ਤਿਆਰ ਕੀਤਾ। ਸਾਡਾ ਸ਼ੈੱਡ ਵੀ ਜਿਹੜਾ ਅਸੀਂ ਉਹਦੇ ਤੋਂ YouTube ਤੋਂ ਹੀ ਵੇਖਿਆ ਸੀ, ਕੁਛ ਅਸੀਂ ਆਪਣਾ ਜ਼ੇਨ ਜਿਹੜਾ ਲੜਾਇਆ ਜੀ ਤੇ ਫਿਰ ਬਾਅਦ 'ਚ ਅਸੀਂ ਆ ਤਿਆਰ ਕਰਵਾਈਆਂ। ਤੇ ਕੋਲ 70,000 ਤੋਂ ਲਾ ਕੇ ਤੇ 3-3.5 ਲੱਖ 4 ਲੱਖ ਜਿਹੜੇ ਨਾ ਜਾਨਵਰ ਮੌਜੂਦ ਨੇ ਇਸ ਵਕਤ। ਆ ਮਕਈ ਜੀ ਇਹ 100 ਕਿਲੋ ਦੇ ਵਿੱਚ ਜਿਹੜੀ ਹੈ 25 ਕਿਲੋ ਮਕਈ ਪੈਂਦੀ ਹੈ। 10 ਕਿਲੋ ਇਹਦੇ 'ਚ ਖਲ ਪਾ ਲਓ ਜੀ ਤੇ 6 ਕਿਲੋ ਇਹਦੇ 'ਚ ਜਿਹੜਾ ਮੇਜ਼ ਗਲੋਟਨ ਹੈ ਜੀ 60% ਵਾਲਾ ਜੀ ਇਹ ਪਾ ਲਓ। DCP पाउडर। अस्सलाम वालेकुम। वालेकुम अस्सलाम। सर की हाल है? अल्लाह का काम ठीक ठाक। जनाब दा की नाम है? तारक महमूद। तारक साहब इलाका केड़ा जे? पंडोरियां, जिला सियालकोट। जिला सियालकोट। सर तुसी किन्ने सालां तू ईद वास्ते बच्चे तैयार करदे हो पे? तकरीबन 15-16 साल। माशाअल्लाह। सर तुहाडा 15-16 साल दा तजर्बा किस तरह दा रहा है? ए काम तू की सिक्खिया है या की हासिल कीता है? माशाअल्लाह इस काम तो सानू बड़ा फायदा हासिल होया ते इहदे वास्ते साडा जिहड़ा ओह तुहाडे सामने ही रिजल्ट जो भी है। जी जी माशाअल्लाह सर तुसी सोहना फार्म बनाया है, सोहने जानवर तैयार कीते ने। दोस्तां नू ए दसो तुसी हर साल ईद वास्ते किन्ने क बच्चे तैयार करदे हो, उन्हां नू किन्ने महीने रखदे हो ते सारे हराजात कढ के उन्हां तों किन्नी क कोई बचत हो जांदी है? ਅਸੀਂ तकरीबन 6 महीने ਜਿਹੜੇ ਨੇ ਕੁਰਬਾਨੀ ਵਾਸਤੇ ਬੱਚੇ ਤਿਆਰ ਕਰਨੇ ਆ ਤੇ ਫੀ ਬੱਚੇ ਤੋਂ ਜਿਹੜਾ 40-50 ਹਜ਼ਾਰ ਰੁਪਇਆ ਜਿਹੜਾ ਅਸੀਂ ਇਹਦੀ ਪ੍ਰੋਫਿਟ ਲੈਂਦੇ ਆ। ਮਾਸ਼ਾਅੱਲਾ। ਤੇ ਤੁਸੀਂ ਆ ਕੰਮ 'ਚ ਕਾਮਯਾਬ ਹੋ, ਮੁਤਮਿਨ ਹੋ? ਹਾਂਜੀ ਸਰ ਤੁਹਾਡੀ ਕਾਮਯਾਬੀ ਦਾ ਜਿਹੜਾ ਇੱਕ ਰਾਜ਼ ਮੈਂ ਵੇਖਿਆ ਉਹ ਜ਼ਰਾ ਦੋਸਤਾਂ ਨੂੰ ਤਸੱਲੀ ਨਾਲ ਦੱਸਣਾ ਹੈ। ਤੁਸੀਂ ਵੰਡਾ ਬਣਾਉਣ ਵਾਸਤੇ ਮਸ਼ੀਨ ਖੁਦ ਲਗਾਈ ਏ। ਹਾਂਜੀ ਦੋਸਤਾਂ ਨੂੰ ਇਹ ਦੱਸੋ ਜਿਹੜਾ ਵੰਡਾ ਤੁਸੀਂ ਤਿਆਰ ਕਰਦੇ ਹੋ ਉਹਦੇ 'ਚ ਕਿਹੜੀ ਕਿਹੜੀ ਚੀਜ਼ ਤੁਸੀਂ ਸ਼ਾਮਲ ਕਰਦੇ ਹੋ, ਉਹ ਵੰਡਾ ਕਿੰਜ ਤਿਆਰ ਹੁੰਦਾ ਹੈ? ਅਗਰ 100 kg ਦਾ ਵੰਡਾ ਬਣਾਉਣਾ ਹੋਏ ਤੇ ਇਹ ਚੀਜ਼ਾਂ ਕਿੰਨੀਆਂ ਕਿੰਨੀਆਂ ਸ਼ਾਮਲ ਕਰਨੀਆਂ ਨੇ? ਇਹ ਮਕਈ ਜੀ ਇਹ 100 ਕਿਲੋ ਦੇ ਵਿੱਚ ਜਿਹੜੀ ਹੈ 25 ਕਿਲੋ ਮਕਈ ਪੈਂਦੀ ਹੈ। 10 ਕਿਲੋ ਇਹਦੇ 'ਚ ਖਲ ਪਾ ਲਓ ਜੀ ਤੇ 6 ਕਿਲੋ ਇਹਦੇ 'ਚ ਜਿਹੜਾ ਮੇਜ਼ ਗਲੋਟਨ ਹੈ ਜੀ 60% ਵਾਲਾ ਜੀ ਇਹ ਪਾ ਲਓ। DCP ਪਾਊਡਰ ਹੈ 1 ਕਿਲੋ ਪਾ ਲਓ ਜੀ। ਗੰਦਮ ਦਾ ਦਲੀਆ 10 ਕਿਲੋ ਪਾ ਲਓ ਜੀ। ਇਹ ਛੁਹਾਰੇ ਨੇ 6 ਕਿਲੋ ਪਾ ਲਓ ਜੀ। ਸੋਇਆਬੀਨ 5 ਕਿਲੋ ਪਾ ਲਓ ਜੀ। ਤੇ ਇਹ ਮਿਨਰਲ ਪ੍ਰੀ ਮਿਕਸ ਹੈ, ਇਹ ਅੱਧਾ ਕਿਲੋ ਤੋਂ ਲਾ ਕੇ ਤੇ 1 ਕਿਲੋ ਤੱਕ ਤੁਸੀਂ ਇਸਤੇਮਾਲ ਕਰ ਸਕਦੇ ਹੋ ਜੀ। ਤੇ ਇਹਦੇ ਵਿੱਚ ਸਾਡੇ ਕੋਲ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਪਾਮ ਕਰਨਲ ਜੀ ਤੇ ਕਨੋਲਾ ਮੇਲ ਤੇ ਮਕਈ ਦਾ ਚੋਖਰ ਤੇ ਗੰਦਮ ਦਾ ਚੋਖਰ ਜਿਹੜਾ ਉਹ ਇਸ ਵੇਲੇ ਸਾਡੇ ਕੋਲ ਮੌਜੂਦ ਨਹੀਂ ਹੈ। ਅੱਛਾ। ਤੇ ਉਹ ਫਿਰ ਅਸੀਂ ਲਿਆ ਕੇ ਤੁਹਾਨੂੰ ਮਜ਼ੀਦ ਜਿਹੜਾ ਉਹ ਇਹਦਾ ਦੱਸ ਦਿਆਂਗੇ। ਤੇ ਉਹਨਾਂ ਦੀ ਕੀ ਰੇਸ਼ੋ ਹੁੰਦੀ ਹੈ? ਉਹ ਜਿਹੜੀਆਂ 3-4 ਚੀਜ਼ਾਂ ਮਿਸ ਨੇ ਉਹ ਕਿੰਨੀਆਂ ਕਿੰਨੀਆਂ ਸ਼ਾਮਲ ਕਰਦੇ? ਉਹਦੇ ਵਿੱਚ ਜਿਹੜਾ ਮੱਕੀ ਦਾ ਚੋਖਰ ਹੈ ਉਹ ਪਾਣਾ 10 ਕਿਲੋ ਜੀ। ਮਕਈ ਦਾ ਚੋਖਰ ਗੰਦਮ ਦਾ ਚੋਖਰ 15 ਕਿਲੋ। ਕਨੋਲਾ ਮੇਲ ਜਿਹੜਾ 8 ਕਿਲੋ ਤੇ ਪਾਮ ਕਰਨ ਵਾਲੇ 6 ਕਿਲੋ ਪਾਣਾ। ਤੇ ਇਹ ਕੀ ਚੀਜ਼ ਹੈ? ਇਹਦਾ ਨਹੀਂ ਦੱਸਿਆ। ਇਹ ਸਾਡਾ ਵੰਡਾ ਜਿਹੜਾ ਤਿਆਰ ਹੋਇਆ ਉਹ ਇਹ ਚੀਜ਼ ਬਣਦੀ। ਅੱਛਾ ਯਾਨੀ ਇਹ ਤਿਆਰ ਹੋਇਆ? ਹਾਂਜੀ ਠੀਕ ਹੈ ਦੋਸਤੋ ਦੇਖ ਲਓ ਤਾਰਕ ਸਾਹਿਬ ਆਪਣੀ ਜਾਨਵਰਾਂ ਵਾਸਤੇ ਵੰਡਾ ਖੁਦ ਤਿਆਰ ਕਰਦੇ ਨੇ ਤੇ ਇਹਨਾਂ ਦੀ ਕਾਮਯਾਬੀ ਦਾ ਇੱਕ ਜਿਹੜਾ ਵੱਡਾ ਰਾਜ਼ ਇਹ ਅਵੀ ਹੈ, ਇਹਨਾਂ ਦਾ ਖੁਦ ਆਪਣਾ ਤਿਆਰ ਕੀਤਾ ਹੋਇਆ ਵੰਡਾ ਹੈ। ਸਰ ਜਿਹੜੇ ਤੁਸੀਂ ਜਾਨਵਰ ਖਰੀਦਦੇ ਹੋ ਤੁਸੀਂ ਈਦ ਤੋਂ ਕਿੰਨੇ ਮਹੀਨੇ ਪਹਿਲੇ ਲੈਂਦੇ ਹੋ? ਉਦੋਂ ਉਹਨਾਂ ਦੀ ਉਮਰ ਕਿੰਨੀ ਹੁੰਦੀ ਹੈ ਤੇ ਵਜ਼ਨ ਕਿੰਨਾ ਹੁੰਦਾ ਹੈ? ਉਹਨਾਂ ਦਾ ਵਜ਼ਨ ਉਦੋਂ ਤਕਰੀਬਨ 200-250 ਕਿਲੋ ਹੁੰਦਾ ਤੇ 6 ਮਹੀਨੇ ਪਹਿਲੇ ਅਸੀਂ ਜਿਹੜੇ ਆ ਨਾ ਇਹ ਜਾਨਵਰ ਖਰੀਦਨੇ ਆ। ਤੇ ਕਿਹੜੀ ਨਸਲ ਨੂੰ ਤੁਸੀਂ ਤਰਜੀਹ ਦਿੰਦੇ ਹੋ? ਅਸੀਂ ਜ਼ਿਆਦਾ ਸਾਹੀਵਾਲ ਔਰ ਚੋਲਸਤਾਨ ਤਰਜੀਹ ਦੇਈ ਜੀ। ਅਦੀ ਕੀ ਵਜ੍ਹਾ ਤੁਸੀਂ ਸਾਹੀਵਾਲ ਤੇ ਚੋਲਸਤਾਨੀ ਲੈਂਦੇ ਹੋ, ਦੇਸੀ ਜਾਂ ਕ੍ਰਾਸ ਕਿਉਂ ਨਹੀਂ ਲੈਂਦੇ? ਇਹਦੀ ਵਜ੍ਹਾ ਇਹ ਜਿਹੜਾ ਗਰੋਥ ਇਹਨਾਂ ਦੀ ਅੱਛੀ ਹੋ ਜਾਂਦੀ ਹੈ ਤੇ ਖੂਬਸੂਰਤ ਵੀ ਇਹਨਾਂ ਦੀ ਬਿਹਤਰ ਹੁੰਦੀ ਹੈ। ਤੇ ਦੋਸਤਾਂ ਨੂੰ ਜਿਹੜਾ ਚੰਗਾ ਜਾਨਵਰ ਹੈ ਜਿਹੜਾ ਤੁਸੀਂ ਵੱਛਾ ਲੈਂਦੇ ਹੋ, ਤੁਹਾਡਾ ਮਾਸ਼ਾਅੱਲਾ 15 ਸਾਲ ਦਾ ਤਜਰਬਾ ਹੈ, ਤੁਹਾਨੂੰ ਤੇ ਆਈਡੀਆ ਹੋ ਗਿਆ ਕਿ ਇਹ ਜਿਹੜਾ ਜਾਨਵਰ ਹੈ ਕੱਲ ਨੂੰ ਵਧੇ ਫੁੱਲੇ ਦਾ, ਕੱਲ ਨੂੰ ਤੁਹਾਡਾ ਫਾਇਦਾ ਦੇਦਾ। ਉਹਦੀਆਂ ਕੋਈ ਚੰਦ ਇੱਕ ਨਿਸ਼ਾਨੀਆਂ ਕੋਈ ਖੂਬੀਆਂ ਦੱਸੋ ਕਿ ਆਮ ਆਦਮੀ ਨੂੰ ਜਾਂ ਮੈਨੂੰ ਕਿੰਜ ਪਤਾ ਚੱਲੇ? ਉਹਦੇ ਵਾਸਤੇ ਵੇਖਣਾ ਪੈਂਦਾ ਇਹਦੀ ਬੰਨ ਉੱਚੀ ਹੋਵੇ, ਝਾਲਾ ਠੀਕ ਹੋਵੇ, ਨਾਪ ਲੰਮੀ ਹੋਣੀ ਚਾਹੀਦੀ ਹੈ ਤੇ ਉਹਦਾ ਕੱਦ ਜਿਹੜਾ ਤਿਆਰ ਹੋਣਾ ਚਾਹੀਦਾ ਬੱਚਾ। ਉਹ ਛੋਟਾ ਬੱਚਾ ਨਹੀਂ ਖਰੀਦਣਾ ਚਾਹੀਦਾ। ਠੀਕ ਹੈ। ਤੁਸੀਂ ਜਿਹੜਾ 2
225 kg ਵਾਲਾ ਵੱਛਾ ਲੈਂਦੇ ਹੋ ਈਦ ਤੋਂ 6 ਮਹੀਨੇ ਪਹਿਲੇ, ਉਹ ਤੁਹਾਨੂੰ ਕਿੰਨੇ ਕੁ ਦਾ ਮਿਲ ਜਾਂਦਾ ਹੈ? ਤਕਰੀਬਨ ਸਾਨੂੰ 60-65 ਹਜ਼ਾਰ ਦਾ ਜਿਹੜਾ ਮਿਲ ਜਾਂਦਾ। ਇੱਕ ਤੇ ਹੁੰਦਾ ਨਾ ਕਾਟੂ ਮਾਲ, ਤੁਸੀਂ ਕਾਟੂ ਮਾਲ ਦਾ ਕੰਮ ਵੀ ਕਰਦੇ ਹੋ। ਕਾਟੂ ਮਾਲ ਜਿਹੜਾ ਜਾਨਵਰ ਲੈਣਾ ਹੈ ਉਹਦੀ ਖਰੀਦਦਾਰੀ ਤੇ ਜਿਹੜਾ ਜਾਨਵਰ ਈਦ ਵਾਸਤੇ ਲੈਣਾ ਹੈ ਇਹਦੀ ਖਰੀਦਦਾਰੀ 'ਚ ਕੋਈ ਫਰਕ ਹੈ? ਹਾਂਜੀ, ਉਹਦੇ ਵਿੱਚ ਫਰਕ ਹੈ। ਕਾਟੂ ਜਿਹੜਾ ਉਹ ਹੋਰ ਕਿਸਮ ਦਾ ਹੁੰਦਾ, ਤੇ ਜਿਹੜਾ ਕੁਰਬਾਨੀ ਵਾਸਤੇ ਅਸੀਂ ਤਿਆਰ ਕਰਨੇ ਆ ਉਹ ਅਸੀਂ ਵੇਖ ਕੇ ਸੋਹਣੀ ਚੀਜ਼, ਜਿਹੜੀ ਅੱਛੀ ਚੀਜ਼ ਹੁੰਦੀ ਉਹ ਲਈਦੀ। ਤੇ ਰੇਟ ਜਿਹੜਾ ਕੁਰਬਾਨੀ ਵਾਲਾ ਜਾਨਵਰ ਹੈ ਤੁਹਾਨੂੰ ਮੰਡੀ 'ਚੋਂ ਪਹਿਲੇ ਹੀ ਮਹਿੰਗਾ ਮਿਲ ਜਾਂਦਾ ਹੈ? ਹਾਂ, ਜ਼ਾਹਰ ਹੈ ਉਹਦਾ 5-7 ਹਜ਼ਾਰ ਰੁਪਏ ਦਾ ਜਿਹੜਾ ਫਰਕ ਪੈਂਦਾ। ਅੱਛਾ, ਯਾਨੀ ਕਿ ਜਿਹੜਾ ਕਾਟੂ ਮਾਲ ਹੈ, ਜਿਹੜਾ ਕਾਟੂ ਵੱਛਾ ਹੈ, ਉਹਦੀ ਕੀਮਤ ਜਿਹੜਾ ਕੁਰਬਾਨੀ ਵਾਲਾ ਜਾਨਵਰ ਹੈ ਉਹਦੀ ਨਿਸਬਤ ਕੋਈ 6-7 ਹਜ਼ਾਰ ਘੱਟ ਹੁੰਦੀ ਹੈ? ਘੱਟ ਹੁੰਦੀ। ਮਾਸ਼ਾਅੱਲਾ ਸਰ, ਤੁਸੀਂ ਕਾਫੀ ਅੱਛੀਆਂ ਗੱਲਾਂ ਦੱਸ ਦਿਓ ਪਏ। ਤੇ ਇਸ ਟਾਈਮ ਤੁਹਾਡੇ ਫਾਰਮ ਤੇ ਟੋਟਲ ਕਿੰਨੇ ਬੱਚੇ ਨੇ? ਸਾਡੇ ਕੋਲ ਇਸ ਵੇਲੇ 55 ਬੱਚੇ। ਕੋਈ ਸੇਲ ਵੀ ਕਰ ਲਏ ਜੇ? ਹਾਂਜੀ, ਵਿੱਚੋਂ 10-12 ਜਿਹੜੇ ਉਹ ਸੇਲ ਕੀਤੇ ਨੇ। ਠੀਕ ਹੈ, ਮਾਸ਼ਾਅੱਲਾ 10-12 ਸੇਲ ਹੋ ਗਏ ਨੇ ਤੇ 55 ਇਸ ਟਾਈਮ ਮੌਜੂਦ ਨੇ। ਇਹ ਸਾਰੇ ਦੇ ਸਾਰੇ ਕੁਰਬਾਨੀ ਤੇ ਲੱਗਦੇ ਨੇ? ਸਾਰੇ ਕੁਰਬਾਨੀ ਵਾਸਤੇ ਨੇ। ਹੁਣ ਸਰ, ਦੋਸਤਾਂ ਨੂੰ ਇਹਨਾਂ ਦੀ ਜਿਹੜੀ ਚੰਗੀ ਤੁਹਾਂ ਤਿਆਰੀ ਕੀਤੀ ਹੈ ਵੰਡਾ ਤੇ ਤੁਸੀਂ ਦੱਸਿਆ ਜਿਹੜੀਆਂ ਚੀਜ਼ਾਂ ਦਾ ਬਣਾਉਂਦੇ ਹੋ, ਹੁਣ ਇਹ ਦੱਸੋ ਕਿ ਜਦੋਂ ਤੁਸੀਂ ਜਾਨਵਰ ਲੈ ਕੇ ਆਉਂਦੇ ਹੋ ਉਦੋਂ ਉਹਦਾ ਵਜ਼ਨ ਘੱਟ ਹੁੰਦਾ ਹੈ, ਤੁਸੀਂ ਉਹਨੂੰ 6 ਮਹੀਨੇ ਰੱਖਦੇ ਹੋ, ਸ਼ੁਰੂ ਦਿਨ ਤੋਂ ਲੈ ਕੇ ਉਹਦੀ ਖੁਰਾਕ ਕੀ ਹੁੰਦੀ ਹੈ? ਉਹਦੀ ਖੁਰਾਕ ਵਿੱਚ ਫਿਰ ਤੁਸੀਂ ਕਿੰਜ ਇਜ਼ਾਫਾ ਕਰਦੇ ਹੋ? ਸ਼ੁਰੂ ਤੋਂ ਸਾਡੀ ਖੁਰਾਕ ਜਿਹੜੀ ਹੈ ਸਾਡੀ 1 ਕਿਲੋ ਹੁੰਦੀ ਹੈ। ਆਸਤਾ ਜਿਹੜੀ ਉਹਦੀ ਖੁਰਾਕ ਆਈ ਜਿਹੜੀ 6 ਕਿਲੋ ਤੋਂ ਲੈ ਕੇ ਜਾਂਦੇ ਆ। ਐਂਡ ਵਾਲੇ ਜਿਹੜੇ 2-3 ਮਹੀਨੇ ਨੇ ਉਹਨਾਂ ਦੀ ਖੁਰਾਕ 6 ਕਿਲੋ, 3 ਕਿਲੋ ਵੰਡਾ ਸਵੇਰ ਇਸਤੇਮਾਲ ਕਰਨੇ ਆ ਤੇ 3 ਕਿਲੋ ਵੰਡਾ ਜਿਹੜਾ ਸ਼ਾਮ ਨੂੰ ਇਸਤੇਮਾਲ ਕਰਨੇ ਆ। ਤੇ ਜਿਹੜਾ 1 kg ਵੰਡਾ ਹੈ ਉਹ ਕਿੰਨੇ ਦਿਨ ਤੁਸੀਂ ਉਹਨੂੰ ਦੇਣਾ ਹੈ? ਫਿਰ ਉਹਦੇ 'ਚ ਕਿੰਨੇ ਦਿਨ ਬਾਅਦ ਇਜ਼ਾਫਾ ਕਰਨਾ ਹੈ ਤੇ ਕਿੰਨਾ ਇਜ਼ਾਫਾ ਕਰਨਾ ਹੈ? ਪਹਿਲੇ ਮਹੀਨੇ ਉਹਨਾਂ ਨੂੰ 1 ਕਿਲੋ ਖਵਾਈਦਾ, ਉਸ ਤੋਂ ਬਾਅਦ ਫਿਰ 1.5 ਕਿਲੋ ਕਰ ਦਈਦਾ, ਫਿਰ 2 ਕਿਲੋ ਕਰੀਦਾ। 2-3 ਮਹੀਨੇ ਜਿਹੜਾ ਉਹਨਾਂ ਨੂੰ 2 ਕਿਲੋ ਵੰਡਾ ਇਸਤੇਮਾਲ ਕਰੀਦਾ। ਆਖਰੀ 3 ਮਹੀਨੇ ਜਿਹੜੇ ਨੇ ਉਹ 3-3 ਕਿਲੋ ਹੀ ਵੰਡਾ ਜਿਹੜਾ ਇਸਤੇਮਾਲ ਕਰਨਾ। ਅੱਛਾ, ਯਾਨੀ ਕਿ ਇੰਜ ਤੁਸੀਂ ਇਹਦੇ 'ਚ ਇਜ਼ਾਫਾ ਕਰਦੇ ਹੋ। ਤੇ ਵੰਡੇ ਦੇ ਨਾਲ ਤੂੜੀ ਜਾਂ ਸਬਜ਼ ਚਾਰਾ ਕਿਹੜੀ ਚੀਜ਼ ਇਸਤੇਮਾਲ ਕਰਦੇ ਹੋ ਤੇ ਕਿੰਨੀ ਕਰਦੇ ਹੋ? ਅਸੀਂ ਤੂੜੀ ਤੇ ਵੰਡਾ ਹੀ ਜ਼ਿਆਦਾ ਇਸਤੇਮਾਲ ਕਰਨੇ ਆ ਤੇ ਹਰੀ ਘਾਹ ਜਿਹੜੀ ਉਹ ਬਹੁਤ ਘੱਟ ਇਸਤੇਮਾਲ ਕਰਨੇ ਆ। ਸਬਜ਼ ਚਾਰਾ ਘੱਟ ਇਸਤੇਮਾਲ ਕਰਨ ਦੀ ਕੋਈ ਖਾਸ ਵਜ੍ਹਾ ਹੈ? ਉਹਦੇ ਨਾਲ ਬੱਚੇ ਜਿਹੜੇ ਨੇ ਇੰਨੇ ਗਰੋਥ ਨਹੀਂ ਕਰਦੇ, ਖਾਂਦੇ ਵੀ ਖੁਸ਼ ਹੋ ਕੇ ਨੇ ਤੂੜੀ ਵੰਡਾ ਜੀ ਤੇ ਘਾਹ ਜਿਹੜੀ ਉਹ ਖਾਂਦੇ ਵੀ ਬਹੁਤ ਘੱਟ ਨੇ। ਠੀਕ ਹੈ। ਤੇ ਤਾਰਕ ਸਾਹਿਬ, ਮਾਸ਼ਾਅੱਲਾ ਜਿਹੜੇ ਤੁਸੀਂ ਇਹ ਜਾਨਵਰ ਤਿਆਰ ਕੀਤੇ ਨੇ ਬੜੇ ਸੋਹਣੇ ਤਿਆਰ ਹੋਏ ਨੇ, ਇਹਨਾਂ ਦੀ ਖੂਬਸੂਰਤੀ ਵੀ ਹੈ, ਸਿਹਤ ਵੀ ਹੈ। ਤੇ ਇਹ ਦੱਸੋ ਕਿ ਇਹਨਾਂ ਦੀ ਜਿਹੜੀ ਤਿਆਰੀ ਹੈ ਇਹਦੇ ਵਿੱਚ ਵੰਡਾ, ਤੂੜੀ ਤੇ ਇਸ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਦਾ ਅਹਿਮ ਕਿਰਦਾਰ ਹੈ? ਇਹਦੇ ਵਿੱਚ ਅਸੀਂ ਇਹਨਾਂ ਨੂੰ ਫਿਰ ਗਰਮੀਆਂ ਦੇ ਵਿੱਚ ਤੇਲ ਇਸਤੇਮਾਲ ਕਰਵਾਉਂਦੇ ਆ ਜੀ ਤੇ ਤਾਰਾ ਮੀਰਾ ਇਸਤੇਮਾਲ ਕਰਵਾਉਂਦੇ ਆ। ਇਹ ਜਿਹੜਾ ਤੇਲ ਤੇ ਤਾਰਾ ਮੀਰਾ ਇਸਤੇਮਾਲ ਕਰਾਉਣਾ ਇਹਦਾ ਤਰੀਕਾ ਜ਼ਰਾ ਵਜ਼ਾਹਤ ਕਰੋ। ਵੰਡੇ ਦੇ ਵਿੱਚ ਵੀ ਇਸਤੇਮਾਲ ਕਰ ਲਈਦਾ ਤੇ ਲੱਸੀ ਦੇ ਵਿੱਚ ਵੀ ਇਹਨੂੰ ਇਸਤੇਮਾਲ ਕਰੀਦਾ। ਇਹ ਕਿੰਨਾ ਇਸਤੇਮਾਲ ਕਰਨਾ ਹੈ? ਜਿਹੜਾ ਤਾਰਾ ਮੀਰਾ ਹੈ ਉਹਦਾ ਤੇਲ ਲੈਣਾ ਜਾਂ ਤਾਰਾ ਮੀਰਾ ਲੈਣਾ? ਤਾਰਾ ਮੀਰਾ ਸਾਬਤ ਲੈ ਕੇ ਉਹਨੂੰ ਦਲਵਾਣਾ ਜੀ, ਤੇ ਉਹ ਫਿਰ ਅੱਜ ਇਹਨੂੰ ਭਿਉਂਦੇ ਨਾ ਤੇ ਕੱਲ ਸ਼ਾਮ ਨੂੰ ਇਸਤੇਮਾਲ ਕਰਨਾ। ਤੇ ਤੇਲ ਜਿਹੜਾ ਉਹੀ ਲੱਸੀ ਦੇ ਵਿੱਚ ਇਸਤੇਮਾਲ ਕਰਨਾ। ਠੀਕ ਹੈ। ਇਹ ਜਿਹੜੇ ਜਾਨਵਰਾਂ ਦੇ ਰੰਗ ਵਿੱਚ, ਕਲਰ ਵਿੱਚ ਇੱਕ ਚਮਕ ਹੁੰਦੀ ਹੈ, ਉਹ ਚਮਕ ਕਿੰਜ ਹੁੰਦੀ ਹੈ? ਉਹ ਤੇਲ ਦੀ ਸਾਰੀ ਵਜ੍ਹਾ, ਤੇਲ ਨਾਲ ਚਮਕ ਪੈਦਾ ਹੁੰਦੀ ਹੈ। ਇਹ ਜਿਹੜਾ ਸਰਸੋਂ ਦਾ ਤੇਲ ਹੈ? ਹਾਂਜੀ। ਠੀਕ ਹੈ। ਤੇ ਇਸ ਤੋਂ ਇਲਾਵਾ ਹੋਰ ਤਾਂ ਨਹੀਂ ਕੋਈ ਚੀਜ਼ ਇਸਤੇਮਾਲ ਕਰਦੇ? ਨਹੀਂ, ਇਸ ਤੋਂ ਇਲਾਵਾ ਕੋਈ ਚੀਜ਼ ਇਸਤੇਮਾਲ ਨਹੀਂ ਕਰੀ। ਤੇ ਜਦੋਂ ਤੁਸੀਂ ਜਾਨਵਰ ਲੈ ਕੇ ਆਉਂਦੇ ਹੋ ਉਹਨੂੰ 6 ਮਹੀਨੇ ਰੱਖਦੇ ਹੋ, 6 ਮਹੀਨੇ ਦੇ ਅਰਸੇ ਦੇ ਦੌਰਾਨ ਕਿੰਨੀ ਦਫਾ ਉਹਨਾਂ ਨੂੰ ਕੀੜੇ ਮਾਰ ਦਵਾਈ ਦਿੰਦੇ ਹੋ ਤੇ ਕਿੰਨੀ ਦਫਾ ਉਹਨਾਂ ਦੀ ਵੈਕਸੀਨ ਕਰਾਉਂਦੇ ਹੋ? 3 ਦਿਨ ਪਹਿਲੇ ਜਿਹੜੀ ਅਸੀਂ ਉਹਨਾਂ ਨੂੰ ਕਰਾਉਂਦੇ ਆ ਇਸਤੇਮਾਲ ਦੇਈਦੀ ਉਹਨਾਂ ਨੂੰ ਡਿਵੈਲਪਮੈਂਟ ਵਾਸਤੇ ਜਿਹੜੀ ਦਵਾਈ। ਜਦੋਂ ਲੈ ਕੇ ਆਉਣੇ ਨੇ ਬੱਚੇ 3 ਦਿਨ ਬਾਅਦ ਉਹਨਾਂ ਨੂੰ ਦਵਾਈ ਦੇਈਦੀ ਹੈ। ਉਸ ਤੋਂ ਬਾਅਦ 15 ਦਿਨ ਬਾਅਦ ਫਿਰ ਉਹਨਾਂ ਨੂੰ ਦਵਾਈ ਦੇਈਦੀ ਹੈ। ਫਿਰ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਹੁੰਦੀ, 3 ਮਹੀਨੇ ਬਾਅਦ ਦੁਬਾਰਾ ਦਿਓ ਤੇ ਫਿਰ ਬਸ। ਇਹ ਜਿਹੜੀਆਂ ਦਵਾਈਆਂ ਦਿੰਦੇ ਹੋ ਖੁਦ ਹੀ ਦਿੰਦੇ ਹੋ ਜਾਂ ਕਿ ਡਾਕਟਰ ਸਾਹਿਬ ਹੁੰਦੇ ਨੇ? ਨਹੀਂ, ਦਵਾਈ ਖੁਦ ਦੇਈਦੀ ਹੈ। ਇਸ ਤੋਂ ਇਲਾਵਾ ਕੋਈ ਮਿਰਚ ਮਸਾਲਾ ਵੀ ਤਿਆਰ ਕੀਤਾ ਜੀ? ਹਾਂਜੀ, ਉਹ ਆਹੀ ਮਿਰਚ ਮਸਾਲਾ ਵੀ ਦੇਈਦਾ ਇਹਨਾਂ ਨੂੰ, ਹਰਾ ਤਿਆਰ ਕਰੀਦਾ ਉਹ ਦਿੰਦੇ। ਉਹ ਸਰ ਜਿਹੜਾ ਮਸਾਲਾ ਤੁਸੀਂ ਤਿਆਰ ਕੀਤਾ ਉਹ ਵੀ ਜ਼ਰਾ ਤਸੱਲੀ ਨਾਲ, ਮੁਕੰਮਲ ਤਫਸੀਲ ਨਾਲ ਦੋਸਤਾਂ ਨੂੰ ਦੱਸੋ। ਉਹਦੇ ਵਿੱਚ ਅਦਰਕ ਪਾਈਦਾ, ਹਰੀ ਮਿਰਚ ਪਾਈਦੀ ਹੈ, ਕਾਲਾ ਨਮਕ ਤੇ ਜਵੈਣ ਪਾ ਕੇ ਤੇ ਇਹਨਾਂ ਨੂੰ ਦੇਈਦਾ। ਅੱਜ ਕੱਲ ਗਰਮੀ ਦਾ ਮੌਸਮ ਹੈ, ਕੁਝ ਦੋਸਤ ਕਹਿੰਦੇ ਨੇ ਕਿ ਇਹ ਜਿਹੜਾ ਮਸਾਲਾ ਹੈ ਗਰਮੀ 'ਚ ਘੱਟ ਇਸਤੇਮਾਲ ਕਰਨਾ ਚਾਹੀਦਾ ਹੈ। ਤੁਹਾਡੀ ਜਿਹੜੀ ਰਾਏ ਵੇ, ਤੁਸੀਂ ਕੀ ਕਹਿੰਦੇ ਹੋ ਕਿ ਜਿਹੜਾ ਮਸਾਲਾ ਹੈ ਗਰਮੀ 'ਚ ਕਿੰਨੇ ਦਿਨ ਬਾਅਦ ਦੇਣਾ ਹੈ ਤੇ ਸਰਦੀ 'ਚ ਕਿੰਨੇ ਦਿਨ ਬਾਅਦ ਦੇਣਾ ਹੈ? ਗਰਮੀ 'ਚ ਤੇ ਅਸੀਂ 8 ਦਿਨ ਬਾਅਦ ਦਿੰਨੇ ਆ ਤੇ ਸਰਦੀ 'ਚ ਅਸੀਂ 4 ਦਿਨ ਬਾਅਦ ਦਿੰਨੇ ਆ। ਅੱਛਾ, ਠੀਕ ਹੈ।
ਮਾਸ਼ਾਅੱਲਾ ਸਰ ਤੁਸੀਂ ਬੜੀਆਂ ਅੱਛੀਆਂ ਗੱਲਾਂ ਦੱਸਦੇ ਹੋ ਪਏ। ਇਹ ਜਿਹੜੀ ਤੁਸੀਂ ਖੁਰਲੀਆਂ ਬਣਾਈਆਂ ਨੇ ਬੱਚਿਆਂ ਵਾਸਤੇ, ਥੋੜਾ ਇਹਨਾਂ ਦੇ ਮੁਤਲਕ ਵੀ ਦੱਸੋ ਦੋਸਤਾਂ ਨੂੰ ਕਿ ਤੁਸੀਂ ਕਿਸ ਪਲੈਨਿੰਗ ਦੇ ਤਹਿਤ ਇਹ ਖੁਰਲੀਆਂ ਬਣਾਈਆਂ ਨੇ। ਇਹ ਅਸਾਂ YouTube ਤੋਂ ਵੇਖ ਕੇ ਸਾਰਾ ਜਿਹੜਾ ਸਿਸਟਮ ਉਹ ਤਿਆਰ ਕੀਤਾ। ਸਾਡਾ ਸ਼ੈੱਡ ਵੀ ਜਿਹੜਾ ਸੀ ਉਹਦੇ ਤੋਂ YouTube ਤੋਂ ਹੀ ਵੇਖਿਆ ਸੀ, ਕੁਛ ਅਸੀਂ ਆਪਣਾ ਜ਼ਿਹਨ ਜਿਹੜਾ ਲੜਾਇਆ ਜੀ ਜੀ, ਤੇ ਫਿਰ ਬਾਅਦ ਚ ਅਸੀਂ ਆ ਤਿਆਰ ਕਰਵਾਈਆਂ। ਠੀਕ ਹੈ। ਤੇ ਜਿਹੜੇ ਨਵੇਂ ਦੋਸਤ ਈਦ ਵਾਸਤੇ ਬੱਚੇ ਪਾਲਣਾ ਚਾਹੁੰਦੇ ਨੇ, ਉਹਨਾਂ ਕੋਲ ਕਮ ਸੇ ਕਮ ਕਿੰਨਾ ਕੁ ਸਰਮਾਇਆ ਹੋਏ ਤੇ ਕਿੰਨੇ ਉਹ ਜਾਨਵਰਾਂ ਤੋਂ ਸ਼ੁਰੂ ਕਰਨ ਤੇ ਉਹ ਕਾਮਯਾਬ ਹੋ ਸਕਦੇ ਨੇ? ਕਮ ਸੇ ਕਮ ਜਿਹੜਾ 25 ਜਾਨਵਰਾਂ ਤੋਂ ਇਸਤੇਮਾਲ ਜਿਹੜਾ ਉਹ ਕਰਨ ਸ਼ੁਰੂ ਕੰਮ, ਤੇ ਜਿੰਨੇ ਦੇ ਉਹਨਾਂ ਜਾਨਵਰ ਖਰੀਦਣੇ ਨੇ ਉਹਨੇ ਉਹਨਾਂ ਕੋਲ ਸਰਮਾਇਆ ਜਿਹੜਾ ਹੋਣਾ ਚਾਹੀਦਾ। ਅਗਰ ਉਹ 10,000 ਰੁਪਏ 10 ਲੱਖ ਰੁਪਏ ਦੇ ਜਾਨਵਰ ਖਰੀਦਦੇ ਨੇ ਤੇ 10 ਲੱਖ ਰੁਪਏ ਉਹਨਾਂ ਕੋਲ ਜਿਹੜਾ ਨਾ ਸਰਮਾਇਆ ਹੋਣਾ ਚਾਹੀਦਾ। ਠੀਕ ਹੈ। ਤੇ ਤਾਰਕ ਸਾਹਿਬ, ਇਹ ਜਿਹੜਾ ਤੁਸੀਂ ਸ਼ੈੱਡ ਬਣਾਇਆ ਹੈ, ਇਹਦੀ ਲੰਬਾਈ ਚੌੜਾਈ ਕਿੰਨੀ ਹੈ ਤੇ ਇਹ ਸ਼ੈੱਡ ਦੇ ਅੰਦਰ ਕਿੰਨੇ ਜਾਨਵਰ ਆ ਜਾਂਦੇ ਨੇ? ਇਹਦੀ ਲੰਬਾਈ 90 ਫੁੱਟ ਹੈ ਤੇ ਚੌੜਾਈ ਜਿਹੜੀ ਇਹਦੀ 30 ਫੁੱਟ ਹੈ। ਤੇ ਇਹਦੇ ਵਿੱਚ ਜਿਹੜੇ ਨੇ ਅਗਰ ਅਸੀਂ ਇਹਨਾਂ ਨੂੰ ਖੁਰਲੀਆਂ ਤੇ ਬੰਨੀਏ ਤੇ 50 ਜਾਨਵਰ ਆਉਂਦੇ ਨੇ, ਤੇ ਅਗਰ ਇਹਨਾਂ ਨੂੰ ਅਸੀਂ ਖੁੱਲਾ ਛੱਡ ਦਈਏ ਤੇ 150 ਜਾਨਵਰ ਆਉਂਦਾ। ਅੱਛਾ, ਠੀਕ ਹੈ। ਇਹਦੀ ਸਾਰੀ ਇਨਸ਼ਾਅੱਲਾ ਤੁਹਾਡੇ ਕੋਲ ਜਿਹੜੀ ਮਾਲੂਮਾਤ ਹੈ ਨਾ ਦੂਸਰੀ ਵੀਡੀਓ ਚ ਲੈ ਲੈਣੀ ਹੈ, ਕਿਉਂਕਿ ਆ ਵੀਡੀਓ ਆਲਰੇਡੀ ਕਾਫੀ ਲੰਬੀ ਹੋ ਗਈ ਹੈ। ਮਾਸ਼ਾਅੱਲਾ ਤੁਸੀਂ ਸ਼ੈੱਡ ਬੜਾ ਸੋਹਣਾ ਬਣਾਇਆ ਹੈ ਤੇ ਜਿਹੜੀ ਸਾਈਡਾਂ ਤੇ ਚਾਰ ਦੀਵਾਰੀ ਕੀਤੀ ਹੈ ਨਾ, ਇਸ ਤੋਂ ਪਹਿਲੇ ਇਸ ਕਿਸਮ ਦੀ ਚਾਰ ਦੀਵਾਰੀ ਮੈਂ ਕਿਸੇ ਫਾਰਮ ਤੇ ਨਹੀਂ ਦੇਖੀ। ਤੇ ਇਹਦੀ ਇਨਸ਼ਾਅੱਲਾ ਮੁਕੰਮਲ ਮਾਲੂਮਾਤ ਲੈ ਕੇ ਦੋਸਤਾਂ ਨੂੰ ਇੱਕ ਦੂਸਰੀ ਵੀਡੀਓ 'ਚ ਦਸਾਂਦੇ। ਇਸ ਟਾਈਮ ਸਰ ਤੁਹਾਡੇ ਕੋਲ ਜਿਹੜੇ ਜਾਨਵਰ ਨੇ ਸਾਰੇ ਕੁਰਬਾਨੀ ਤੇ ਲੱਗਦੇ ਨੇ? ਹਾਂਜੀ, ਸਾਰੇ ਕੁਰਬਾਨੀ ਤੇ ਲੱਗਦੇ। ਇਹਨਾਂ ਦੀ ਕਮ ਸੇ ਕਮ ਕਿੰਨੀ ਕੀਮਤ ਹੈ ਤੇ ਜ਼ਿਆਦਾ ਤੋਂ ਜ਼ਿਆਦਾ ਕਿੰਨੀ ਕੀਮਤ ਹੈ? ਸਾਡੇ ਕੋਲ 70,000 ਤੋਂ ਲਾ ਕੇ ਤੇ 3.5 ਲੱਖ 4 ਲੱਖ ਜਿਹੜੇ ਨਾ ਜਾਨਵਰ ਮੌਜੂਦ ਨੇ ਇਸ ਵਕਤ। 70,000 ਤੋਂ ਲੈ ਕੇ 4 ਲੱਖ ਤੱਕ ਤੁਹਾਡੇ ਕੋਲ ਜਾਨਵਰ ਮੌਜੂਦ ਨੇ? ਹਾਂਜੀ। ਤੇ ਜਨਾਬ ਦਾ ਕੋਈ ਰਾਬਤਾ ਨੰਬਰ? 0300 610 2751। ਇਹ ਜਿਹੜਾ ਨੰਬਰ ਇਹਦੇ ਤੇ WhatsApp ਵੀ ਚੱਲਦਾ ਜਾਂ ਕਿ ਸਾਦਾ ਮੋਬਾਈਲ? ਹਾਂਜੀ, WhatsApp ਵੀ ਚੱਲਦਾ ਹੈ। ਚਲੋ ਸਰ, ਇਹ ਤੇ ਬਿਹਤਰ ਹੋ ਗਿਆ। ਜਿਹੜੇ ਦੋਸਤ ਆ ਵੀਡੀਓ ਦੇਖਦੇ ਨੇ ਪਏ, ਉਹ ਵੀ ਚਾਹੁੰਦੇ ਨੇ ਕਿ ਅਸੀਂ ਵੱਛੇ ਪਾਲੀਏ ਤੇ ਇਹਨਾਂ ਤੋਂ ਪੈਸੇ ਕਮਾਈਏ। ਉਹਨਾਂ ਨੂੰ ਕੋਈ ਗੁਰ ਦੀ ਗੱਲ ਦਾ ਛੜੋ ਕਿ ਉਹਨਾਂ ਨੂੰ ਨਕਾਮੀ ਹੋਏ ਹੀ ਨਾ, ਤੁਹਾਡੀ ਗੱਲ ਸਦਕਾ ਜਾਰੀਆ ਬਣ ਜੇ। ਮੈਂ ਤੇ ਇਹ ਹੀ ਆਖਾਂਗਾ ਅਗਰ ਕੋਈ ਇਸ ਕੰਮ ਨੂੰ ਜਾਣਦਾ ਤਾਂ ਉਹ ਇਸ ਕੰਮ ਨੂੰ ਜ਼ਰੂਰ ਕਰੇ। ਅਗਰ ਨਹੀਂ ਕੋਈ ਜਾਣਦਾ ਤੇ ਉਹ ਆਪਣੇ ਕਿਸੇ ਦੋਸਤ ਕੋਲੋਂ ਮਸ਼ਵਰਾ ਲੈ ਕੇ ਤੇ ਇਹ ਕੰਮ ਕਰ ਸਕਦਾ। ਤੇ ਜ਼ਮੀਨ ਤੁਹਾਡੀ ਆਪਣੀ ਹੈ ਜਾਂ ਠੇਕੇ ਤੇ? ਹਾਂਜੀ, ਸਾਡੀ ਆਪਣੀ 12.5 ਕਿੱਲੇ ਜ਼ਮੀਨ ਹੈ। ਅੱਛਾ। ਹਾਂਜੀ। ਤੇ ਇਸ ਟਾਈਮ ਤੁਹਾਡੇ ਕੋਲ 55 ਬੱਚੇ ਨੇ? 55 ਬੱਚੇ। ਕੋਈ 12-13 ਸੇਲ ਕੀਤੇ ਨੇ? 12-13 ਸੇਲ। ਯਾਨੀ ਕਿ 70 ਬੱਚੇ ਤੁਸੀਂ 6 ਮਹੀਨੇ ਰੱਖਦੇ ਹੋ? ਹਾਂਜੀ। ਅਗਰ 70 ਬੱਚੇ 6 ਮਹੀਨੇ ਰੱਖਣੇ ਹੋਣ ਤੇ ਕਿੰਨੀ ਤੂੜੀ ਸਟੋਰ ਕਰਦੇ ਹੋ? ਤੂੜੀ ਜਿਹੜੀ ਉਹ ਸਾਡੇ ਕੋਲ 4-5 ਗੱਡੀਆਂ ਜਿਹੜੀਆਂ ਨਾ ਵੱਡੀਆਂ ਕੰਟੇਨਰ ਉਹ ਇਸਤੇਮਾਲ ਹੋ ਜਾਂਦੇ ਨੇ। ਤੇ ਸਬਜ਼ ਚਾਰਾ? ਸਬਜ਼ ਚਾਰਾ ਹੀ ਬਹੁਤ ਘੱਟ ਇਸਤੇਮਾਲ ਕਰਨੇ ਆ। ਅੱਛਾ, ਯਾਨੀ ਸਬਜ਼ ਚਾਰਾ ਘੱਟ ਇਸਤੇਮਾਲ? 8 ਦਿਨ ਬਾਅਦ 2 ਦਿਨ ਜਿਹੜਾ ਉਹ ਸਬਜ਼ ਚਾਰਾ ਹੀ ਇਸਤੇਮਾਲ ਕਰਨੇ ਆ। ਠੀਕ ਹੈ। ਠੀਕ ਹੈ ਤਾਰਕ ਸਾਹਿਬ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਹੈ, ਬੜੀ ਅੱਛੀ ਤੇ ਉਮਦਾ ਗੁਫ਼ਤਗੂ ਕੀਤੀ ਹੈ। ਅੱਲਾਹ ਪਾਕ ਤੁਹਾਡੇ ਕਾਰੋਬਾਰ 'ਚ ਵੀ ਮਜ਼ੀਦ ਇਜ਼ਾਫਾ ਤਾ ਫਰਮਾਏ। ਅੱਲਾਹ ਹਾਫਿਜ਼।